Hello दोस्तों, welcome to Siddhi Punjab. So today we are going to discuss all the relevant current affairs from 5th August to 7th August. ठीक है जी, आगे बढ़ने तो पहला I would like to inform you about all the courses that we are running. Mentorship program जिसका नाम है करना कैसे है program will tell you all about how you have to streamline your preparation. Newspaper तो शुरू करके notes बनाना, revision करना, answers लिखना, everything how you have to exactly do timetable ਕਿਵੇਂ ਬਣਾਉਣਾ ਹੈ ਤੁਸੀਂ ਰੋਜ਼ ਚੇਂਜਿੰਗ ਨੀਡਸ ਦੇ ਨਾਲ ਹਫਤਾ ਭਰ ਕਿਵੇਂ ਪੜ੍ਹਨਾ ਹੈ ਬ੍ਰੇਕਸ ਕਿਵੇਂ ਇੰਟਰੋਡਿਊਸ ਕਰਨੇ ਆ ਆਪਦੇ ਬਿਜ਼ੀ ਸ਼ਡਿਊਲ ਵਿੱਚ all of that will be discussed in this program so do consider joining this program then ਅਗਰ ਤੁਹਾਨੂੰ ਟੈਸਟ ਸੀਰੀਜ਼ ਦੀ ਜ਼ਰੂਰਤ ਹੈ ਅਗਰ ਤੁਸੀਂ ਆਪਦਾ ਸਿਲੇਬਸ ਪ੍ਰਿਪੇਅਰ ਕਰ ਚੁੱਕੇ ਹੋ then you should take a test series to test your knowledge to revise all your concepts for that punjab specific test series ਅਸੀਂ launch ਕਰ ਚੁੱਕੇ ਹਾਂ so you can check the details of this test series it will help you prepare the punjab portion very well ठीक है जी ਲਾਸਟਲੀ ਜੀਐਸ ਦਾ ਫੁੱਲ ਕੋਰਸ ਵੀ ਅਸੀਂ 7th ਅਗਸਤ ਤੋਂ ਸ਼ੁਰੂ ਕਰ ਰਹੇ ਹਾਂ ਸੋ ਡੂ ਜੁਆਇਨ ਦਿਸ ਕੋਰਸ ਤੁਹਾਡੀ ਸਾਰਾ ਸਿਲੇਬਸ ਇਹਦੇ ਵਿੱਚ ਪ੍ਰਿਪੇਅਰ ਹੋ ਜਾਏਗਾ ਪੰਜਾਬ ਪੀਸੀਐਸ ਆਉਣ ਦੀ ਸੰਭਾਵਨਾ ਹਾਈ ਹੈ ਸੋ ਇਟ ਇਜ਼ ਬੈਟਰ ਕਿ ਉਹਦੇ ਆਉਣ ਤੋਂ ਪਹਿਲਾਂ ਤੁਸੀਂ ਇਹ ਤਿਆਰੀ ਜਿਹੜੀ ਹੈ ਸ਼ੁਰੂ ਕਰੋ ਉਸ ਤੋਂ ਬਾਅਦ ਟਾਈਮ ਇੰਨਾ ਨਹੀਂ ਮਿਲਣਾ ਹੈ ਠੀਕ ਹੈ ਜੀ ਕੋਈ ਵੀ ਕੁਐਰੀ ਹੋਵੇ ਕੋਈ ਵੀ ਡਾਊਟ ਹੋਵੇ ਜਸਟ ਕੰਟੈਕਟ ਅਸ ਔਨ ਦਿਸ ਨੰਬਰ ਵੀ ਵਿਲ ਗਿਵ ਯੂ ਆਲ ਦ ਡਿਟੇਲਸ that you need WhatsApp ਮੈਸੇਜ ਡ੍ਰੌਪ ਕਰ ਦਿਓ you will get all the details right let's start with today's discussion ਇਹ ਚਾਰ ਇੰਪੋਰਟੈਂਟ ਟੌਪਿਕਸ ਆਪਾਂ ਅੱਜ ਕਵਰ ਕਰਨ ਵਾਲੇ ਹਾਂ ਕਿਵੇਂ ਆਪਣੀ ਪੰਚਾਇਤਸ ਨੂੰ ਬ੍ਰੌਡਬੈਂਡਸ ਦੇ ਥਰੂ ਡਿਜੀਟਲੀ ਕਨੈਕਟ ਕੀਤਾ ਜਾ ਰਿਹਾ ਹੈ ਇੰਪੋਰਟੈਂਟ ਮੂਵ ਹੈ then second ਹੈਗਾ ਹੈ ਐਸਜੀਪੀਸੀ ਟੂ ਆਬਜ਼ਰਵ ਸਿੰਘ ਸਭਾ ਮੂਵਮੈਂਟ ਦੇ 150 ਇਅਰਸ ਸਿੰਘ ਸਭਾ ਮੂਵਮੈਂਟ ਆਪਣੀ ਹਿਸਟਰੀ ਦਾ ਪੰਜਾਬ ਦੀ ਹਿਸਟਰੀ ਦਾ ਬਹੁਤ ਇੰਪੋਰਟੈਂਟ ਪਾਰਟ ਹੈ ਤਾਂ ਇਹਦੀ ਡਿਟੇਲਸ ਜਿਹੜੀਆਂ ਹੈ ਅੱਜ ਆਪਾਂ ਡਿਸਕਸ ਕਰ ਲਵਾਂਗੇ then stressed out troops ਕਿਵੇਂ ਆਪਣੀ ਪੈਰਾਮਿਲਟਰੀ ਫੋਰਸਿਸ ਦੇ ਟਰੂਪਸ ਜਿਹੜੇ ਆ ਦੇ ਆਰ ਨਾਟ ਏਬਲ ਟੂ ਬੀਅਰ ਦੀ ਸਟ੍ਰੈਸ ਦੈਟ ਦੇ ਫੇਸ ਡਿਊਰਿੰਗ देयर ਸਰਵਿਸ ਤਾਂ ਇਹਦੇ ਇੰਪਲੀਕੇਸ਼ਨਸ ਕਿਆ ਹੈ ਇਹ ਸਭ ਦੇਖ ਲਵਾਂਗੇ ਐਂਡ ਫਾਈਨਲੀ ਤੁਸੀਂ ਦੇਖਿਆ ਹੋਏਗਾ ਕਿ ਇੰਡੀਅਨ ਗਵਰਨਮੈਂਟ ਨੇ ਲੈਪਟਾਪ ਇੰਪੋਰਟਸ ਤੇ ਪੀਸੀ ਦੇ ਇੰਪੋਰਟਸ ਤੇ ਰਿਸਟ੍ਰਿਕਸ਼ਨਸ ਲਾਈਆਂ ਨੇ ਸੋ ਕਿਉਂ ਲਗਾਈਆਂ ਗਈਆਂ ਨੇ ਕਿਆ ਗਵਰਨਮੈਂਟ ਦੀ ਵਿਜ਼ਨ ਹੈ all of that we will see in this article ਰਾਈਟ ਅੱਗੇ ਵਧਣ ਤੋਂ ਪਹਿਲਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਸਾਡਾ ਚੈਨਲ ਵਿਦ as many aspirants as you can let's start with our first topic 6.5 lakh villages to get broadband connectivity ਠੀਕ ਹੈ ਜੀ ਇੰਡੀਆ ਵਿੱਚ ਦੇਖੋ ਡਿਜੀਟਾਈਜੇਸ਼ਨ ਦਾ ਪੁਸ਼ ਬਹੁਤ ਜ਼ਿਆਦਾ ਹੈ ਠੀਕ ਹੈ ਡਿਜੀਟਾਈਜੇਸ਼ਨ ਦੇ ਆਪਾਂ ਫਾਇਦੇ ਜਿਹੜੇ ਆ ਕਾਫੀ ਦੇਖੇ ਹੈ ਆਨਲਾਈਨ ਐਜੂਕੇਸ਼ਨ ਦੇ ਮੀਡੀਅਮ ਵਿੱਚ ਆਨਲਾਈਨ ਹੈਲਥ ਦੇ ਮੀਡੀਅਮ ਦੇ ਵਿੱਚ ਰਾਈਟ ਤਾਂ ਵੇਰੀਅਸ even businesses and all there are number of ways in which digitization connectivity with the internet is helping us grow ठीक है at individual level also and also at the level of the country ਠੀਕ ਹੈ ਇਸ ਲਈ ਗਵਰਨਮੈਂਟ ਦਾ ਇਹ ਪਰਪਸ ਹੈ ਕਿ ਰੂਰਲ ਏਰੀਆਜ਼ ਦੇ ਵਿੱਚ ਵੀ ਇੰਟਰਨੈਟ ਪਹੁੰਚੇ ਇਹ ਨਹੀਂ ਹੈ ਕਿ ਸਿਰਫ ਸਿਟੀਜ਼ ਦੇ ਵਿੱਚ ਹੀ ਸੀਮਿਤ ਰਵੇ ਰਾਦਰ ਹਰ ਇੱਕ ਇੰਡੀਅਨ ਕੋਲ ਇਵਨ ਲਿਵਿੰਗ ਐਟ ਦੀ ਗ੍ਰਾਸਰੂਟਸ ਲੈਵਲ ਰੂਰਲ ਏਰੀਆਜ਼ ਦੇ ਵਿੱਚ ਉਹਨਾਂ ਕੋਲ ਵੀ ਇੰਟਰਨੈਟ ਪਹੁੰਚੇ ਇਸੇ ਲਈ ਇਸੇ ਵਿਜ਼ਨ ਨਾਲ ਗਵਰਨਮੈਂਟ ਨੇ ਭਾਰਤ ਨੈਟ ਪ੍ਰੋਜੈਕਟ ਚਲਾਇਆ ਸੀ ਜਿਹਦੇ ਵਿੱਚ ਆਪਣੀ ਸਾਰੀ ਪੰਚਾਇਤਸ ਨੂੰ ਹੌਲੀ ਕਰਕੇ ਫੇਜ਼ਡ ਮੈਨਰਸ ਦੇ ਵਿੱਚ ਡਿਜੀਟਾਈਜ਼ ਕਰਨ ਦਾ ਇੰਟਰਨੈਟ ਪਹੁੰਚਾਉਣ ਦਾ ਟਾਰਗੇਟ ਰੱਖਿਆ ਗਿਆ ਸੀ ਠੀਕ ਹੈ ਜੀ ਤਾਂ ਹਜੇ ਤੱਕ ਅਗਰ ਤੁਸੀਂ ਦੇਖੋ ਆਲਮੋਸਟ 2 ਲੱਖ ਦੇ ਨੇੜੇ ਜਾਂ ਤੁਸੀਂ ਐਗਜ਼ੈਕਟ ਨੰਬਰ ਅਗਰ ਦੇਖੋ ਤਾਂ 1.94 ਲੱਖ ਵਿਲੇजेस ਜਿਹੜੇ ਨੇ ਉਹ ਇੰਟਰਨੈਟ ਦੇ ਨਾਲ ਕਨੈਕਟ ਕੀਤੇ ਜਾ ਚੁੱਕੇ ਹੈ ਅੰਡਰ ਦੀ ਭਾਰਤ ਨੈਟ ਪ੍ਰੋਜੈਕਟ ਠੀਕ ਹੈ ਜੀ ਗਵਰਨਮੈਂਟ ਨੇ ਬਹੁਤ ਅੱਛਾ ਇਨੀਸ਼ੀਏਟਿਵ ਲਿੱਤਾ ਹੈ ਨਾਓ ਹੁਣ ਨਵਾਂ ਟਾਰਗੇਟ ਗਵਰਨਮੈਂਟ ਨੇ ਅੱਗੇ ਆਉਣ ਵਾਲੇ ਸਾਲਾਂ ਵਾਸਤੇ ਰੱਖਿਆ ਹੈ ਕਿ 6.4 ਲੱਖ ਵਿਲੇजेस ਹੋਰ ਕਨੈਕਟ ਕਰਾਣੇ ਆ ਆਪਾਂ ਤੇ ਇਹਦੇ ਲਈ ਗਵਰਨਮੈਂਟ ਨੇ 1.39 ਲੱਖ ਕਰੋੜ ਰੁਪਇਆ ਜਿਹੜਾ ਹੈ ਐਲੋਕੇਟ ਵੀ ਕਰ ਦਿੱਤਾ ਹੈ ਫੰਡਿੰਗ ਬਹੁਤ ਜ਼ਰੂਰੀ ਹੈ ਕਿਉਂਕਿ ਪੈਸੇ ਨਾਲ ਹੀ ਇੰਟਰਨੈਟ ਪਹੁੰਚੇਗਾ ਰਾਈਟ ਯੂ ਨੀਡ ਟੂ ਲੇ ਡਾਊਨ ਵਾਇਰਿੰਗ you need to pay the people who will be putting up the structure ਤਾਂ ਉਹਦੇ ਲਈ ਸਪੈਸ਼ਲ ਫੰਡਿੰਗ ਵੀ ਕੀਤੀ ਗਈ ਹੈ ਠੀਕ ਹੈ ਜੀ ਸੋ ਆਪਣੇ GS2 ਦੇ ਗਵਰਨੈਂਸ ਦੇ ਪਾਰਟ ਵਿੱਚ ਇਨਕਲੂਜਨ ਦੇ ਪਾਰਟ ਵਿੱਚ ਤੁਸੀਂ ਇਹ ਸਾਰਾ ਜਿਹੜਾ ਹੈ ਇਹ ਸਕੀਮ ਇਹ ਡਾਟਾ ਯੂਜ਼ ਕਰ ਸਕਦੇ ਹੋ ਰਾਈਟ ਨੈਕਸਟ ਆਰਟੀਕਲ ਕਰਦੇ ਹਾਂ ਸਿੰਘ ਸਭਾ ਮੂਵਮੈਂਟ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ 150 ਸਾਲ ਹੋ ਗਿਆ ਹੈ ਸਿੰਘ ਸਭਾ ਮੂਵਮੈਂਟ ਨੂੰ ਤਾਂ ਇਹ ਆਪਣੀ ਪੰਜਾਬ ਹਿਸਟਰੀ ਦਾ ਇੰਪੋਰਟੈਂਟ ਪਾਰਟ ਹੈ ਕੁਐਸਚਨਸ ਪੁੱਛੇ ਜਾ ਸਕਦੇ ਆ ਤਾਂ ਇਹਨੂੰ ਬਰੀਫਲੀ ਆਪਾਂ ਕਰ ਲੈਂਦੇ ਹਾਂ ਠੀਕ ਹੈ ਜੀ ਸੋ ਸਿੰਘ ਸਭਾ ਮੂਵਮੈਂਟ ਕਿਆ ਹੈ ਦੇਖੋ 1870s ਵਿੱਚ ਇਹ ਮੂਵਮੈਂਟ ਸਟਾਰਟ ਹੋਈ ਸੀ ਠੀਕ ਹੈ ਦੈਟ ਮੀਨਸ ਕਿ ਇੰਡੀਆ ਬ੍ਰਿਟਿਸ਼ ਰੂਲ ਦੇ ਅੰਡਰ ਸਫਰ ਕਰ ਰਿਹਾ ਸੀ ਤੁਸੀਂ ਕਹਿ ਸਕਦੇ ਹੋ ਠੀਕ ਹੈ ਜੀ ਬ੍ਰਿਟਿਸ਼ ਰੂਲ ਦਾ ਇੱਕ ਸਭ ਤੋਂ ਵੱਡਾ ਇਸ਼ੂ ਇਹ ਸੀ ਕਿ ਕਨਵਰਜਨਸ ਜਾਂ
ਯੂ نو ਕ੍ਰਿਸਚੈਨਿਟੀ ਵੱਲ ਲੋਕਾਂ ਨੂੰ ਪੁਸ਼ ਕਰਨਾ ਇਹ ਬਹੁਤ ਜ਼ਿਆਦਾ ਚੱਲ ਰਿਹਾ ਸੀ ਉਸ ਟਾਈਮ ਤੇ, ਸਪੈਸ਼ਲੀ 1870s ਦੇ ਟਾਈਮ ਦੇ ਅਰਾਊਂਡ ਕ੍ਰਿਸਚੀਅਨ ਮਿਸ਼ਨਰੀਜ਼ ਜਿਹੜੇ ਹੁੰਦੇ ਆ ਉਹ ਬਹੁਤ ਜ਼ਿਆਦਾ ਇੰਡੀਆ ਦੇ ਵਿੱਚ ਆ ਰਹੇ ਸੀ। ਤੇ ਜਗ੍ਹਾ ਜਗ੍ਹਾ ਤੇ ਪੰਜਾਬ ਦੇ ਏਰੀਆਜ਼ ਹੋਣ, ਨਾਰਥ ਈਸਟ ਦੇ ਏਰੀਆਜ਼ ਹੋਣ, ਸੈਂਟਰਲ ਇੰਡੀਆ ਦੇ ਏਰੀਆਜ਼ ਹੋਣ, ਜਗ੍ਹਾ ਜਗ੍ਹਾ ਤੇ ਦੇ ਵਰ ਟਰਾਈਂਗ ਟੂ ਕਨਵਰਟ ਦੀ ਪੀਪਲ ਫਰਮ देयर ਮਦਰ ਰਿਲੀਜਨ, ਜਾਂ ਤੁਸੀਂ ਕਹਿ ਸਕਦੇ ਹੋ देयर ਓਨ ਰਿਲੀਜਨ ਟੂਵਰਡਸ ਕ੍ਰਿਸਚੈਨਿਟੀ। ਠੀਕ ਹੈ, ਸੋ ਸਿੱਖਸ ਵਿੱਚ ਵੀ ਇਹ ਸਿਲਸਿਲਾ ਜਿਹੜਾ ਸ਼ੁਰੂ ਹੋ ਗਿਆ, ਪਹਿਲਾਂ ਤਾਂ ਹਿੰਦੂ ਤੇ ਮੁਸਲਿਮਸ ਤੱਕ ਸੀਮਿਤ ਸੀ, ਬਟ ਦੈਨ ਇਟ ਸਟਾਰਟਡ ਅਮੰਗ ਸਿੱਖਸ ਆਲਸੋ, ਜਦੋਂ ਕਿ ਇੱਕ ਇਮੀਡੀਏਟ ਇਨਸੀਡੈਂਟ ਹੋਇਆ 1873 ਦੇ ਵਿੱਚ, ਜਦੋਂ 4 ਸਿੱਖ ਯੰਗ ਬॉयਜ਼ ਨੂੰ ਕ੍ਰਿਸਚੈਨਿਟੀ ਵਿੱਚ ਕਨਵਰਟ ਕਰ ਦਿੱਤਾ ਗਿਆ ਬਾਈ ਦੀ efforts of these Christian missionaries। ਠੀਕ ਹੈ, ਇੱਥੇ ਕਾਫੀ ਸਾਰੇ ਸਕੂਲਸ ਵਗੈਰਾ ਇਹਨਾਂ ਨੇ ਸੈੱਟ ਕਰ ਦਿੱਤੇ ਸੀ। ਅੱਜ ਵੀ ਤੁਸੀਂ ਕਨਵੈਂਟ ਸਕੂਲ ਬਹੁਤ ਦੇਖਦੇ ਹੋ। ਕੰਸਰਨ ਕਈ ਕਈ ਵਾਰ ਕਨਵਰਜਨ ਦਾ ਰਹਿੰਦਾ ਹੈ, ਆਲਦੋ ਇੰਨਾ ਹਾਈ ਨਹੀਂ ਹੈ, ਬਟ ਉਸ ਟਾਈਮ ਤੇ ਇਹ ਜਿਹੇ ਸਕੂਲਸ, ਇਹਨਾਂ ਦੀ ਐਕਟੀਵਿਟੀਜ਼, ਇਹਨਾਂ ਦੇ ਪ੍ਰੋਜੈਕਸ਼ਨਸ, ਇਹ ਸਭ ਡਾਊਟਡ ਰਹਿੰਦੇ ਸੀ, ਕਿਉਂਕਿ ਇਹ ਹਿੰਦੂਸ ਨੂੰ, ਮੁਸਲਿਮਸ ਨੂੰ, ਸਿੱਖਸ ਨੂੰ ਕਨਵਰਟ ਕਰਨ ਤੇ ਫੋਕਸ ਕਰਦੇ ਸੀ। ਠੀਕ ਹੈ ਜੀ, ਸੋ ਇਹੀ ਟ੍ਰੈਂਡ ਨੂੰ ਪ੍ਰੀਵੈਂਟ ਕਰਨ ਲਈ, ਸਿੱਖ ਧਰਮ ਨੂੰ ਹੋਰ ਪ੍ਰਮੋਟ ਕਰਨ ਲਈ, ਉਸ ਚ ਰਿਫਾਰਮਸ ਲਿਆਉਣ ਲਈ, ਪੁਰਾਣੇ ਸਿੱਖ ਧਰਮ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਿੰਘ ਸਭਾ ਮੂਵਮੈਂਟ ਸਟਾਰਟ ਕੀਤੀ ਗਈ। ਠੀਕ ਹੈ ਜੀ, ਇਹਨਾਂ ਦੇ ਇੰਪੋਰਟੈਂਟ ਫਾਊਂਡਰਸ ਕਿਹੜੇ ਸੀ? ਸਰ ਖੇਮ ਸਿੰਘ ਬੇਦੀ, ਠਾਕੁਰ ਸਿੰਘ ਸੰਧੇਵਾਲੀਆ, ਕਨਵਰ ਬਿਕਰਮ ਸਿੰਘ, ਗਿਆਨੀ ਗਿਆਨ ਸਿੰਘ, ਇਹ ਜਿਹੜੇ ਸੀ ਇਹਨਾਂ ਦੇ ਇੰਪੋਰਟੈਂਟ ਜਿਹੜੇ ਫਾਊਂਡਰ ਮੈਂਬਰ ਸੀ ਸਿੰਘ ਸਭਾ ਮੂਵਮੈਂਟ ਦੇ। ਠੀਕ ਹੈ ਜੀ, ਪ੍ਰੈਜ਼ੀਡੈਂਟ ਸੰਧੇਵਾਲੀਆ ਬਣੇ ਐਂਡ ਦੈਨ ਗਿਆਨੀ ਗਿਆਨ ਸਿੰਘ ਸੈਕਟਰੀ ਬਣੇ। ਤੋ ਇਹਨਾਂ ਨੇ ਮੂਵਮੈਂਟ ਜਿਹੜੀ ਆ ਪੂਰੀ ਲਾਂਚ ਕੀਤੀ ਟੂ ਪ੍ਰੀਵੈਂਟ ਕਨਵਰਜਨਸ ਐਂਡ ਟੂ ਬ੍ਰਿੰਗ ਅਬਾਊਟ ਰਿਫਾਰਮਸ ਇਨ ਦੀ ਰਿਲੀਜਨ। ਠੀਕ ਹੈ ਜੀ, ਇਹਨਾਂ ਦੇ ਬ੍ਰੌਡਰ ਏਮਸ ਸੀ ਰਿਲੀਜਨ ਦੇ ਵੱਲ, ਅਗਰ ਤੁਸੀਂ ਦੇਖੋ, ਇਹ ਚਾਹੁੰਦੇ ਸੀ ਕਿ ਸਿੱਖ ਰਿਲੀਜਨ ਵਿੱਚ ਪਿਓਰਿਟੀ ਆਵੇ। ਬਹੁਤ ਸਾਰੇ ਵੇਰੀਏਸ਼ਨਸ ਆ ਜਾਂਦੇ ਆ ਓਵਰ ਦੀ ਈਅਰਸ, ਯੂ نو ਇਨ ਜਿਹੜੀ ਐਕਚੁਅਲ ਟੀਚਿੰਗਸ ਹੁੰਦੀਆਂ ਉਹ ਆਪਾਂ ਭੁੱਲ ਜਾਂਦੇ ਹਾਂ, ਐਂਡ ਵੀ ਸਟਾਰਟ ਫੋਲੋਇੰਗ ਡਿਫਰੈਂਟ ਵੇਜ਼, ਰਾਈਟ। ਸੋ ਉਸ ਤਰੀਕੇ ਨਾਲ ਹੀ ਪਿਓਰਿਟੀ ਲਿਆਉਣ ਲਈ, ਉਹੀ ਪੁਰਾਣੇ ਵੇਜ਼ ਸਿੱਖ ਧਰਮ ਚ ਲਿਆਉਣ ਲਈ ਇਹਨਾਂ ਦਾ ਫਰਸਟ ਏਮ ਰਿਹਾ ਸੀ। ਸੈਕੰਡਲੀ ਕਨਵਰਜਨਸ ਘਟਾਨੀਆਂ, ਕਨਵਰਜਨਸ ਪ੍ਰੀਵੈਂਟ ਕਰਨੀਆਂ, that was their main aim। Thirdly, they also focused on bringing modern education amongst the Sikh population। ਠੀਕ ਹੈ, ਤਾਂ ਕਿ ਇਹਨਾਂ ਨੂੰ ਮਾਡਰਨ ਆਈਡੀਆਜ਼ ਦਾ ਐਕਸਪੋਜ਼ਰ ਮਿਲੇ। ਇਸੇ ਲਈ ਤੁਸੀਂ ਦੇਖੋ ਕਿ ਪੰਜਾਬ ਦੀ ਪੋਪੂਲੇਸ਼ਨ ਜਿਹੜੀ ਹੈ ਕਾਫੀ ਐਡੂਕੇਟਡ, ਕਾਫੀ ਐਨਲਾਈਟਨਡ ਪੋਪੂਲੇਸ਼ਨ ਹੈ ਕੰਪੇਅਰ ਟੂ ਦੀ ਰੈਸਟ ਆਫ ਦੀ ਇੰਡੀਆ। that is because efforts ਜਿਹੜੇ ਆ ਅਰਲੀ ਸਟਾਰਟ ਹੋ ਗਏ ਸੀ। the need for modern education ਜਿਹੜੀ ਹੈ ਪੰਜਾਬ ਵਿੱਚ ਅਰਲੀ ਰਿਕਗਨਾਈਜ਼ ਹੋ ਗਈ ਸੀ। ਠੀਕ ਹੈ ਜੀ, ਤੇ ਇਹਨਾਂ ਨੇ ਇਹ ਵੀ ਫੋਕਸ ਕੀਤਾ ਕਿ ਨੌਲੇਜ ਜਿਹੜੀ ਆ ਉਹ ਪੰਜਾਬੀ ਲੈਂਗੁਏਜ ਵਿੱਚ ਵੀ ਡਿਸੈਮੀਨੇਟ ਕੀਤੀ ਜਾਵੇ, ਕਿਉਂਕਿ ਪੰਜਾਬੀ ਲੈਂਗੁਏਜ ਸਾਡੀ ਮਾਂ ਬੋਲੀ ਹੈ, ਤਾਂ ਅਸੀਂ ਉਹਨੂੰ, ਆਪਦੀ ਹਿਸਟਰੀ ਨੂੰ, ਆਪਦੇ ਕਲਚਰ ਨੂੰ, ਆਪਦੀ ਰੂਟਸ ਨੂੰ ਲੂਜ਼ ਨਹੀਂ ਕਰਨਾ ਚਾਹੁੰਦੇ। ਠੀਕ ਹੈ ਜੀ, ਆਪਦੇ ਆਈਡੀਆਜ਼ ਨੂੰ, ਸਿੱਖ ਧਰਮ ਦੀ ਹਿਸਟਰੀ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕਾਫੀ ਸਾਰੀ ਬੁੱਕਸ, ਮੈਗਜ਼ੀਨ, ਜਰਨਲਸ ਵਗੈਰਾ ਵੀ ਇਸ ਆਰਗੇਨਾਈਜੇਸ਼ਨ ਨੇ ਲਿਖੀਆਂ। ਠੀਕ ਹੈ ਜੀ, ਇਹ ਸਭ ਏਮਸ ਦੇ ਨਾਲ ਇਹ ਆਰਗੇਨਾਈਜੇਸ਼ਨ ਅੱਗੇ ਵੱਧਦੀ ਰਹੀ, ਤੇ ਇਹਨੇ ਕਾਫੀ ਸਾਰੀ ਕੰਟਰੀਬਿਊਸ਼ਨਸ ਜਿਹੜੀਆਂ ਹੈ ਪੰਜਾਬ ਨੂੰ, ਸਿੱਖ ਧਰਮ ਨੂੰ ਦਿੱਤੀਆਂ। ਸਭ ਤੋਂ ਵੱਡੀ ਇਹਨਾਂ ਦੀ ਕੰਟਰੀਬਿਊਸ਼ਨ ਸੀ ਐਜੂਕੇਸ਼ਨ ਦੇ ਵੱਲ। ਐਜੂਕੇਸ਼ਨ ਦੇ ਲਈ ਸਿੱਖ ਦੇ ਵਿੱਚ, ਪੰਜਾਬ ਦੇ ਵਿੱਚ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਲਈ, ਸਪੋਰਟ ਕਰਨ ਲਈ ਇਹਨਾਂ ਨੇ ਬ੍ਰਿਟਿਸ਼ ਗਵਰਨਮੈਂਟ ਨੂੰ ਵੀ ਕਾਫੀ ਸਾਰੀ ਗੁਹਾਰ ਲਗਾਈ, ਜਾਂ ਤੁਸੀਂ ਕਹਿ ਸਕਦੇ ਹੋ ਬ੍ਰਿਟਿਸ਼ ਨਾਲ ਕਾਫੀ ਜ਼ਿਆਦਾ ਕੋਲੈਬੋਰੇਟ ਕੀਤਾ। ਠੀਕ ਹੈ, ਤਾਂ ਬ੍ਰਿਟਿਸ਼ ਅਫੀਸ਼ੀਅਲਸ ਦੀ ਮਦਦ ਦੇ ਨਾਲ ਹੀ ਜਗ੍ਹਾ ਜਗ੍ਹਾ ਤੇ ਇਹਨਾਂ ਨੇ ਖਾਲਸਾ ਸਕੂਲਸ ਤੇ ਕਾਲਜਿਸ ਐਸਟੈਬਲਿਸ਼ ਕੀਤੇ। ਤਾਂ ਅੱਜ ਜਿਹੜੇ ਤੁਸੀਂ ਪੰਜਾਬ ਵਿੱਚ ਖਾਲਸਾ ਸਕੂਲਸ ਤੇ ਕਾਲਜਿਸ ਦੇਖ ਰਹੇ ਹੋ, that is basically the dean of the contribution of this Singh Sabha movement itself। ਠੀਕ ਹੈ, ਤਾਂ ਇਹਨਾਂ ਨੇ ਜਗ੍ਹਾ ਜਗ੍ਹਾ ਤੇ ਡਿਫਰੈਂਟ ਐਜੂਕੇਸ਼ਨਲ ਇੰਸਟੀਟਿਊਸ਼ਨਸ ਖੁਲਾਏ। ਲਾਹੌਰ ਜਿਹੜਾ ਕਿ ਹੁਣ ਇੰਡੀਆ ਦਾ ਪਾਰਟ ਨਹੀਂ ਹੈ, ਬਟ ਉਸ ਟਾਈਮ ਤੇ ਪੰਜਾਬ ਦਾ ਪਾਰਟ ਸੀ, ਉਸ ਚ ਸੈਂਟਰਲ ਕਾਲਜ ਆਫ ਸਿੱਖਸ ਵੀ ਐਸਟੈਬਲਿਸ਼ ਕੀਤਾ ਗਿਆ, ਸਪੈਸ਼ਲੀ ਫॉर ਐਜੂਕੇਸ਼ਨ ਪਰਪਸਿਸ। ਠੀਕ ਹੈ ਜੀ, ਇਸੇ ਤਰੀਕੇ ਨਾਲ ਜਗ੍ਹਾ ਜਗ੍ਹਾ ਤੇ ਖਾਲਸਾ ਕਾਲਜਿਸ found ਹੋਣ ਲੱਗ ਗਏ, starting with Amritsar in 1892। Right now you see Khalsa colleges and schools everywhere in Punjab। That is just because of the works done by this organization। ठीक है जी, important organization है, prelims mains किते भी पूछी जा सकती है PPSC ਵਿੱਚ, so cover these details well। ਥਰਡ ਟੌਪਿਕ ਕਰਦੇ ਹਾਂ ਸਟ੍ਰੈਸਡ ਆਊਟ ਟਰੂਪਸ। ਦੇਖੋ, ਆਪਾਂ ਨੂੰ ਪ੍ਰੋਟੈਕਟ ਕਰਨ ਲਈ ਆਰਮੀ ਜਾਂ ਨੇਵੀ ਜਾਂ 에ਅਰ ਫੋਰਸ ਐਂਡ ਅਲੋਂਗ ਵਿਦ them ਪੈਰਾਮਿਲਟਰੀ ਫੋਰਸਿਸ ਜਿਹੜੀਆਂ ਹੈ ਬਹੁਤ ਜ਼ਿਆਦਾ ਵਰਕ ਕਰ ਰਹੀਆਂ ਨੇ ਦਿਨ ਰਾਤ। ਵੀ ਡੋਂਟ ਇਵਨ ਰਿਅਲਾਈਜ਼ ਕਿ ਉਹ ਕਿੰਨੀ ਪ੍ਰੋਬਲਮਸ ਦੇ ਥਰੂ ਜਾਂਦੀਆਂ ਹੈ ਟੂ ਕੀਪ ਅਸ ਪ੍ਰੋਟੈਕਟਡ, ਟੂ ਕੀਪ ਅਸ ਸਿਕਿਉਰ,
राइट। सो हेयर ये आर्टिकल यही दसना चाह रहा है कि अकॉर्डिंग टू नंबर्स the psychological condition the mental health of our troops are getting impacted a lot। ठीक है जी। अगर डाटा देखो राज्य सभा विच ਜਿਹੜੇ ਸਾਡੇ ਐਮਪੀ ਹੈ ਉਹਨਾਂ ਨੇ ਡਾਟਾ ਪ੍ਰੈਜ਼ੈਂਟ ਕੀਤਾ ਹੈ that shows ਕਿ over the years 2 ਸਾਲਾਂ ਦੇ ਵਿੱਚ 38% ਰਾਈਜ਼ ਦੇਖਿਆ ਗਿਆ ਹੈ ਸਾਈਕੈਟ੍ਰਿਕ cases which in paramilitary forces। ਠੀਕ ਹੈ ਦਿਮਾਗ ਨਾਲ ਰਿਲੇਟਡ ਇਸ਼ੂਜ਼ ਮੈਂਟਲ ਹੈਲਥ ਨਾਲ ਰਿਲੇਟਡ ਇਸ਼ੂਜ਼ ਦੇ ਵਿੱਚ ਤੁਸੀਂ ਦੇਖੋ 38% ਇਨਕਰੀਜ਼ in just 2 years। ਠੀਕ ਹੈ। ਔਰ ਅਗਰ ਤੁਸੀਂ ਪਿਛਲੇ 2 ਸਾਲਾਂ ਦੀ ਗੱਲ ਵੀ ਕਰੋ ਤਾਂ ਉਸ ਚ 650 ਤੋਂ ਜ਼ਿਆਦਾ ਸੁਸਾਈਡਸ ਵੀ ਇਹਨਾਂ ਵੇਰੀਅਸ ਪੈਰਾਮਿਲਟਰੀ ਫੋਰਸਿਸ ਦੇ ਵਿੱਚ ਦੇਖੇ ਗਏ ਨੇ। ਠੀਕ ਹੈ ਜੀ। ਇਹ ਬਹੁਤ ਕੰਸਰਨਿੰਗ ਸਿਚੁਏਸ਼ਨ ਹੈ ਕਿ ਜਿਹੜੇ ਲੋਕ ਆਪਣੇ ਲਈ ਆਪਣੀ ਸਿਕਿਉਰਿਟੀ ਲਈ ਆਪਦਾ ਦਿਨ ਰਾਤ ਇੱਕ ਕਰਦੇ ਆਪਦੀ ਫੈਮਿਲੀ ਤੋਂ ਦੂਰ ਰਹਿੰਦੇ ਨੇ ਅਗਰ ਉਹ ਇਸ ਤਰੀਕੇ ਨਾਲ ਹੈਲਥ ਮੈਂਟਲ ਹੈਲਥ ਇਸ਼ੂਜ਼ ਦੇ ਹੱਥੇ ਚੜ ਰਹੇ ਨੇ ਤਾਂ ਇਹ ਬਹੁਤ ਇੰਪੋਰਟੈਂਟ ਗਵਰਨਮੈਂਟ ਲਈ ਗੱਲ ਹੈ ਕਿ ਉਹ ਕੁਛ ਇਹਦੇ ਲਈ ਇੰਪੋਰਟੈਂਟ ਸਟੈਪਸ ਲੈਣ। ਰਾਈਟ। ਸੋ ਇਹਨਾਂ ਸਭ ਦਾ ਰੀਜ਼ਨ ਕਿਆ ਹੁੰਦਾ ਹੈ ਆਪਾਂ ਨੂੰ ਲੱਗਦਾ ਹੈ ਕਿ ਟਰੂਪਸ ਦੇ ਆਰ ਵੈਰੀ ਸਟਰੋਂਗ ਫਿਜ਼ੀਕਲੀ ਓਬਵੀਅਸਲੀ ਦੇ ਆਰ ਬਟ ਸਟਿਲ ਦੇ ਆਰ ਹਿਊਮਨਸ। ਰਾਈਟ। ਸੋ ਉਹਨਾਂ ਨੂੰ ਵੀ ਡਿਫਰੈਂਟ ਟਾਈਪ ਆਫ ਫੀਲਿੰਗਸ ਦਾ ਸਾਹਮਣਾ ਕਰਨਾ ਪੈਂਦਾ ਹੈ ਇਮੋਸ਼ਨਸ ਦਾ ਸਾਹਮਣਾ ਕਰਨਾ ਪੈਂਦਾ ਹੈ ਬਿਕੋਜ਼ ਆਫ ਵਿਚ देयर mental health gets impacted many a times। so many a times they are serving in lonely conditions families mostly ਇਹਨਾਂ ਦੇ ਨਾਲ ਨਹੀਂ ਹੁੰਦੀਆਂ ਦਿਨ ਦਿਨ ਪਰ they are standing on their job with heavy guns heavy uniform। ਠੀਕ ਹੈ ਇਸ ਤਰੀਕੇ ਨਾਲ ਕਾਫੀ ਪ੍ਰੈਸ਼ਰ ਰਹਿੰਦਾ ਹੈ ਫਿਜ਼ੀਕਲ ਵੀ ਮੈਂਟਲ ਵੀ they stay away from their family they get bored also ਸਾਰਾ ਦਿਨ ਖੜੇ ਰਹਿਣਾ ਸਿਕਿਉਰਿਟੀ ਤੇ ਤੁਸੀਂ ਦੇਖੋ 에ਅਰਪੋਰਟ ਤੇ ਤੁਸੀਂ ਬਹੁਤ ਸਾਰੇ ਅਫਸਰਸ ਦੇਖਦੇ ਹੋਣਗੇ ਜਗ੍ਹਾ ਜਗ੍ਹਾ ਤੇ ਇੱਕ ਇੱਕ ਆਫਿਸਰ ਜਿਹੜਾ ਹੈ ਪੋਸਟਡ ਹੁੰਦਾ ਹੈ ਸੋ ਯੂ ਕੈਨ ਸੀ ਕਿ ਕਿੰਨੀ ਜ਼ਿਆਦਾ ਉਹ ਆਰਮਰੀ ਨਾਲ ਖੜੇ ਹੁੰਦੇ ਨੇ ਮਤਲਬ ਫਿਜ਼ੀਕਲ ਤੇ ਮੈਂਟਲ ਸਟ੍ਰੇਨ ਡਿਫਰੈਂਟ ਕਾਈਂਡ ਦਾ ਆਂਦਾ ਹੈ ਡਿਫਰੈਂਟ ਕਾਈਂਡ ਆਫ ਆਫਿਸਰਸ ਤੇ। ਠੀਕ ਹੈ ਇਹਨਾਂ ਲਈ ਕੋਈ ਗ੍ਰੈਵੀਅੰਸ ਰਿਡਰੈਸਲ ਮੈਕੈਨਿਜ਼ਮ ਡੈਡੀਕੇਟਡਲੀ ਨਹੀਂ ਬਣਾਇਆ ਗਿਆ ਹੈ ਕਿ ਉਹ ਆਪਦੇ ਇਸ਼ੂਜ਼ ਜਿਹੜੇ ਹੈ ਕਿਤੇ ਜਾ ਕੇ ਵਿਅਕਤ ਕਰ ਸਕਣ। ਰਾਈਟ। ਦਿਸ ਆਲਸੋ ਕ੍ਰੀਏਟਸ ਪ੍ਰੋਬਲਮ। ਠੀਕ ਹੈ ਜਦੋਂ ਤੁਹਾਡੇ ਅੰਦਰ ਕੁਛ ਗੁੱਸਾ ਹੈ ਜਾਂ ਸੈਡਨੈਸ ਹੈ ਐਂਡ ਯੂ ਆਰ ਨਾਟ ਏਬਲ ਟੂ ਸ਼ੇਅਰ ਵਿਦ ਐਨੀਬਡੀ that is when you take the extreme steps like suicides because you are not seeing any way out of your problems। ਠੀਕ ਹੈ ਜੀ। ਇਸ ਤੋਂ ਇਲਾਵਾ ਟ੍ਰਾਂਸਫਰ ਪਾਲਿਸੀਜ਼ ਤੁਹਾਨੂੰ ਪਤਾ ਹੀ ਹੈ ਗਵਰਨਮੈਂਟ ਜੌਬ ਦਾ ਸਭ ਤੋਂ ਵੱਡਾ ਇਸ਼ੂ ਹੁੰਦਾ ਹੈ ਟ੍ਰਾਂਸਫਰਸ। ਯੂ ਆਰ ਨਾਟ ਏਬਲ ਟੂ ਸਟੇ ਵਿਦ ਯੋਰ ਫੈਮਿਲੀ ਫॉर ਲੌਂਗ ਤੁਸੀਂ ਜਗ੍ਹਾ ਜਗ੍ਹਾ ਤੇ ਪੋਸਟ ਹੁੰਦੇ ਰਹਿੰਦੇ ਹੋ at max ਤੁਸੀਂ ਆਪਦੀ ਫੈਮਿਲੀ ਤੋਂ I mean your parents also your joint family ਚ ਅਗਰ ਤੁਸੀਂ ਰਹਿ ਰਹੇ ਹੋ all of that you have to leave and keep moving as per the transfers। ਠੀਕ ਹੈ ਤੁਹਾਡੇ ਅਗਰ ਬੱਚੇ ਹੋ ਜਾਂਦੇ ਆ ਤਾਂ ਉਹਨਾਂ ਦੀ ਐਜੂਕੇਸ਼ਨ ਹੈਲਥ ਤੇ ਵੀ ਇੰਪੈਕਟ ਹੁੰਦਾ ਹੈ। ਸੋ ਆਰਬਿਟਰੀ ਟ੍ਰਾਂਸਫਰ ਪਾਲਿਸੀਜ਼ ਦੇ ਇੰਪੈਕਟ ਕਈ ਵਾਰ ਤਾਂ ਪੋਲੀਟੀਸ਼ੀਅਨਸ ਜਿਹੜੇ ਆ ਖੁੰਦਕ ਕੱਢਣ ਲਈ ਵੀ ਟ੍ਰਾਂਸਫਰ ਕਰਦੇ ਨੇ। ਰਾਈਟ। ਸੋ that is what impacts their mental health। ਉਸ ਤੋਂ ਬਾਅਦ ਲੀਵਸ ਵਗੈਰਾ ਇੰਨੀ ਈਜ਼ੀਲੀ ਬਿਲਕੁਲ ਵੀ ਨਹੀਂ ਮਿਲਦੀਆਂ ਸਿਕਿਉਰਿਟੀ ਫੋਰਸਿਸ ਨੂੰ ਤੁਸੀਂ ਅਗਰ ਪੁਲਿਸ ਚ ਹੋਣ ਡੀਐਸਪੀ ਵਗੈਰਾ ਦੀ ਪੋਸਟ ਤੇ ਆਈਪੀਐਸ ਬਣ ਜਾਂਦੇ ਹੋ ਔਰ ਇਵਨ ਯੂ ਆਰ ਇਨ ਦਿਸ ਪੈਰਾਮਿਲਟਰੀ ਫੋਰਸਿਸ ਔਰ ਆਰਮੀ ਨੇਵੀ ਐਂਡ ਆਲ ਸਿਕਿਉਰਿਟੀ ਫੋਰਸਿਸ ਵਿੱਚ ਲੀਵਸ ਲੈਣੀਆਂ ਬਹੁਤ ਹੀ ਡਿਫਿਕਲਟ ਹੈ। ਠੀਕ ਹੈ ਆਪਣੇ ਲਈ ਜਾਂ ਤੁਸੀਂ ਅਗਰ ਆਪਦੇ ਆਈਟੀ ਫਰੈਂਡਸ ਨੂੰ ਦੇਖਦੇ ਹੋ ਤਾਂ ਬਹੁਤ ਈਜ਼ੀ ਲੱਗਦਾ ਹੈ ਬਿਕੋਜ਼ ਦੇ ਗੈਟ ਐਟਲੀਸਟ ਸੈਟਰਡੇ ਸੰਡੇ ਐਜ਼ ਰਿਲੀਫ ਡੇਜ਼ ਟੂ resume their life kind of। ਠੀਕ ਹੈ ਬਟ ਇਹੋ ਜਿਹਾ ਆਪਸ਼ਨਸ ਇਹਨਾਂ ਸਿਕਿਉਰਿਟੀ ਫੋਰਸਿਸ ਕੋਲ ਨਹੀਂ ਹੁੰਦਾ that impacts their mental health obviously ਅਗਰ ਉਹਨਾਂ ਨੂੰ ਆਪਦੇ ਲਈ ਟਾਈਮ ਨਹੀਂ ਮਿਲ ਰਿਹਾ ਰਿਜੂਵਨੇਸ਼ਨ ਲਈ ਟਾਈਮ ਨਹੀਂ ਮਿਲ ਰਿਹਾ obviously it is going to impact their health। ਰਾਈਟ। ਉਸ ਤੋਂ ਬਾਅਦ ਦੇਖੋ ਇਹਨਾਂ ਕੋਲ ਇਹ ਸਟੱਡੀਜ਼ ਦੇ ਦੁਬਾਰਾ ਪਾਇਆ ਗਿਆ ਹੈ ਬਿਕੋਜ਼ ਦੇ ਆਰ ਡੀਲਿੰਗ ਵਿਦ ਵਾਇਲੈਂਟ ਐਕਟੀਵਿਟੀ ਇਹਨਾਂ ਦੀ ਜੌਬ ਹੀ ਹੈ ਟੂ ਹੈਂਡਲ ਗਨਸ ਟੂ nab people who are a threat to security even kill them fire upon them। इसका मतलब क्या है वायलेंस नाल एग्रेसिव बिहेवियर नाल ਇਹ ਜ਼ਿਆਦਾ ਰਿਲੇਟਡ ਰਹਿੰਦੇ ਨੇ ਹਰ ਦਿਨ। ਰਾਈਟ। ਸੋ ਸੁਸਾइड भी एक aggressive behavior है। so when they are not able to handle their situation carefully or in a managed way that is when they take this violent step of killing themselves। ठीक है। so easily trusting them with guns is also becoming a cause of problem because it is costing lives of these soldiers। in a various reasons करके ਆਪਾਂ ਸੁਸਾइड्स ਜਾਂ ਮੈਂਟਲ ਸਟ੍ਰੈਸ ਦੇ ਕੇसेस ਜਿਹੜੇ ਆ ਜ਼ਿਆਦਾ ਦੇਖ ਰਹੇ ਹਾਂ। ਇਹ ਗਵਰਨਮੈਂਟ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਸਾਡੀ ਫੋਰਸਿਸ ਦਾ ਖਿਆਲ ਰੱਖੇ ਫॉर ਦਿਸ ਸਾਈਕੈਟ੍ਰਿਕ ਹੈਲਪ ਇਨਕਰੀਜ਼ ਕੀਤੀ ਜਾ ਸਕਦੀ ਹੈ
the number of personnel should be increased ताकि leaves rotation वगैरह अच्छी तरीके ਨਾਲ ਹੋ ਸਕੇ ट्रांसफर पॉलिसी ਨੂੰ ਰੀਲੁੱਕ ਕੀਤਾ ਜਾ ਸਕਦਾ ਹੈ ਗ੍ਰੇਵੀਅਸ ਰਿਡਰੈਸਲ ਮੈਕੈਨਿਜ਼ਮ ਬਿਠਾਇਆ ਜਾਏ ਜਿੱਥੇ ਜਿਹੜੇ ਫੋਰਸਸ ਹੈ ਜਿਹੜੇ ਜਵਾਨ ਹੈ ਉਹ ਆਪਦੇ ਇਸ਼ੂਜ਼ ਡਿਸਕਸ ਕਰ ਪਾਣ ਇਸ ਤਰੀਕੇ ਦੀ ਐਕਟੀਵਿਟੀਜ਼ ਜਿਵੇਂ ਪ੍ਰਮੋਟ ਕਰਾਂਗੇ ਤਾਂ ਆਪਾਂ ਇਹ ਇਨਸੀਡੈਂਸਸ ਨੂੰ ਮੈਨੇਜ ਕਰਨ ਵਿੱਚ ਸਫਲ ਹੋ ਸਕਦੇ ਹਾਂ right that is how you can keep it gs3 security which ਤੁਹਾਡੇ ਆਂਦਾ ਹੈ ਇਹ topic can be asked there in the examination last topic है laptop imports you might have seen in the news recently indian government ने central government ने laptop imports ਜਿਹੜੇ ਆ ਉਹਨਾਂ ਤੇ ਕੁਝ restrictions ਤੇ bans ਲਗਾਏ ਨੇ ਠੀਕ ਹੈ ਜੀ ਦੇਖੋ ਬਹੁਤ ਹੀ ਵੱਡਾ ਮੂਵ ਹੈ this is very very significant you cannot ignore it in different ways this is important ਸਭ ਤੋਂ ਪਹਿਲਾਂ ਇਹ ਇਸ ਲਈ important ਹੈ ਗਵਰਨਮੈਂਟ ਨੇ ਇਹ ਜਿਹਾ ਮੂਵ ਲਿੱਤਾ ਕਿਉਂ ਦੇਖੋ ਤੁਸੀਂ ਇੰਡੀਆ ਵਿੱਚ ਅਗਰ ਦੇਖੋ 65% ਆਫ ਇੰਡੀਅਨ ਲੈਪਟਾਪਸ ਪੀਸੀ ਯੂਨਿਟਸ ਵਗੈਰਾ they are imported 65% you see ਅਸੀਂ ਇੰਨੇ ਬਾਹਰੋਂ ਡਿਪੈਂਡੈਂਟ ਹੈ still India stood up to restrict these imports why ਠੀਕ ਹੈ ਕਿਉਂਕਿ ਇਹ ਆਪਣੀ ਇਕਨੋਮੀ ਨੂੰ ਆਪਣੇ IT sector ਨੂੰ impact ਕਰ ਸਕਦਾ ਹੈ so why did India decide suddenly to restrict the imports that is because of the security reason basically majority of these imports they are coming from China ਤੇ increasingly threat ਆ ਰਿਹਾ ਹੈ ਕਿ ਚਾਈਨਾ ਆਪਦੇ ਸੈਮੀਕੰਡਕਟਰਸ ਜਾਂ ਆਪਦੀ ਚਿਪਸ ਵਗੈਰਾ ਜੋ ਵੀ ਇਲੈਕਟ੍ਰੋਨਿਕਸ ਦੇ ਪ੍ਰੋਡਕਟਸ ਹੈ ਉਹਨਾਂ ਦੇ ਵਿੱਚ ਇਸ ਤਰੀਕੇ ਨਾਲ ਮੋਡੀਫਿਕੇਸ਼ਨਸ ਕਰ ਰਿਹਾ ਹੈ ਕਿ ਉਹ ਐਸਪਾਈਨੇਜ ਐਕਟੀਵਿਟੀ ਵਿੱਚ ਸਕਸੈਸਫੁਲੀ ਡਾਟਾ ਇੰਡੀਆ ਦੇ ਵਿੱਚੋਂ ਬਹੁਤ ਜ਼ਿਆਦਾ ਐਕਸਟ੍ਰੈਕਟ ਕਰ ਸਕੇ ਠੀਕ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਜਗ੍ਹਾ ਜਗ੍ਹਾ ਤੇ ਚਿਪਸ ਵਗੈਰਾ ਵਿੱਚ ਦੇ ਆਰ ਪੁਟਿੰਗ some kind of instruments through which they will be able to read Indians their behavior modulate us according to their own needs ਠੀਕ ਹੈ ਜੀ ਬਹੁਤ ਕੁਝ ਹੁੰਦਾ ਹੈ ਜਦੋਂ ਤੁਸੀਂ ਸਾਈਬਰ ਸਿਕਿਉਰਿਟੀ ਅੱਛੇ ਤਰੀਕੇ ਨਾਲ ਪੜੋਗੇ you will get to know ਕਿ ਕਿਸ ਤਰੀਕੇ ਨਾਲ they can brainwash us they can read us they can direct our behavior according to their welfare ਤਾਂ ਇਸੇ ਲਈ ਕਾਫੀ ਕੰਸਰਨਿੰਗ ਸਿਚੁਏਸ਼ਨ ਹੈ ਫਰਸਟਲੀ ਤਾਂ ਸਿਕਿਉਰਿਟੀ ਕਰਕੇ ਦੂਸਰਾ ਇਹ ਹੈ ਕਿ ਇੰਨੀ ਡਿਪੈਂਡੈਂਸੀ ਔਨ ਚਾਈਨਾ that is not a friendly relation nation for to us towards us is not right ਚਾਈਨਾ ਨਾਲ ਤੁਹਾਨੂੰ ਪਤਾ ਹੀ ਹੈ ਹਰ ਰੋਜ਼ ਆਪਣਾ ਕੁਛ ਨਾ ਕੁਛ ਇਸ਼ੂ ਚੱਲਦਾ ਰਹਿੰਦਾ ਹੈ ਸਪੈਸ਼ਲੀ ਆਪਣੀ ਟੈਰੀਟਰੀ ਵਿੱਚ ਆ ਕੇ they try to project like the area that they are claiming is theirs although this is clearly known that these are our areas but jagah jagah te arunachal ho gaya ladakh ho gaya jagah jagah te they try to acquire our territories in forceful way ਠੀਕ ਹੈ ਤਾਂ ਫਿਰ ਇਹ ਜੀ ਕੰਟਰੀ ਨਾਲ ਆਪਾਂ ਅੱਛੇ ਟ੍ਰੇਡ ਰਿਲੇਸ਼ਨਸ ਨਹੀਂ ਰੱਖ ਸਕਦੇ ਆਪਾਂ ਪੂਰਾ ਬਿਜ਼ਨਸ ਇਹਨਾਂ ਨੂੰ ਦੇਈ ਜਾਈਏ ਇਹਨਾਂ ਨੂੰ ਆਪਣਾ ਪੈਸਾ ਵੀ ਲੁਟਾਈ ਜਾਈਏ ਐਂਡ ਦੇ ਆਰ ਯੂਜ਼ਿੰਗ that money to harm us itself ਠੀਕ ਹੈ ਸੋ ਇਸੇ ਲਈ ਵੀ ਇਹ ਬਹੁਤ ਇੰਪੋਰਟੈਂਟ ਹੈ ਕਿ ਇੰਡੀਆ ਸੈਲਫ ਡਿਪੈਂਡੈਂਟ ਰਹੇ ਇਹ ਬਹੁਤ ਹੀ ਦੇਰ ਤੋਂ ਇਹ ਰਿਕੁਆਇਰਡ ਸੀ ਹੁਣ ਇੰਡੀਆ ਨੇ ਫਾਈਨਲੀ ਕੀਤਾ ਹੈ ਇਟ ਇਜ਼ ਵੈਰੀ ਵੈਰੀ ਗੁੱਡ ਮੂਵ ਵੈਰੀ ਨੈਸੈਸਰੀ ਮੂਵ ਠੀਕ ਹੈ ਜੀ ਦੂਸਰਾ ਰੀਜ਼ਨ ਇਹ ਵੀ ਹੈ ਕਿ ਸੈਲਫ ਰਿਲਾਇੰਸ ਤੇ ਇੰਡੀਆ ਫੋਕਸ ਕਰ ਰਿਹਾ ਹੈ ਮੇਕ ਇਨ ਇੰਡੀਆ ਇੰਡੀਆ ਦਾ ਕੱਦਾ ਹੀ ਸਲੋਗਨ ਇਹ ਚੱਲ ਰਿਹਾ ਹੈ ਤਾਂ ਇਸ ਸੈਕਟਰ which is highly dependent on imports it is important ਕਿ ਇੱਥੇ ਮੇਕ ਇਨ ਇੰਡੀਆ ਲਿਆਇਆ ਜਾਵੇ and for that purpose India has introduced this ਠੀਕ ਹੈ ਜੀ ਸੋ ਇਹ ਇਨੀਸ਼ੀਏਟਿਵ ਤਾਂ ਬਹੁਤ ਅੱਛਾ ਹੈ ਬਟ ਕਾਫੀ ਸਾਰੇ ਚੈਲੰਜਸ ਫੇਸ ਕਰਨੇ ਪੈਣਗੇ ਆਪਾਂ ਨੂੰ ਕਿਉਂਕਿ ਆਪਣਾ ਲੋਕਲ ਮੈਨੂਫੈਕਚਰਿੰਗ ਬੇਸ ਇੰਨਾ ਨਹੀਂ ਹੈ ਲੈਪਟਾਪਸ ਪੀਸੀਜ਼ ਵਿੱਚ ਠੀਕ ਹੈ ਕਿਉਂਕਿ ਆਪਾਂ ਇੰਨੀ ਪ੍ਰੋਡਕਸ਼ਨ ਕਰਦੇ ਹੀ ਨਹੀਂ ਆਪਾਂ ਤਾਂ ਇੰਪੋਰਟਸ ਤੇ ਡਿਪੈਂਡੈਂਟ ਰਹੇ ਹੈ ਤਾਂ ਉਹ ਇੱਕੋ ਦਮ ਉਹ ਲੋਕਲ ਮੈਨੂਫੈਕਚਰਿੰਗ ਬੇਸ ਕ੍ਰੀਏਟ ਕਰਨਾ ਉਹ ਫੈਕਟਰੀਜ਼ ਕ੍ਰੀਏਟ ਕਰਨਾ ਉਹ ਸਕਿਲਡ ਮੈਨ ਪਾਵਰ ਲਿਆਣਾ ਰਾਈਟ ਇਹਦੇ ਲਈ ਫੰਡਿੰਗ ਲਿਆਣਾ ठीक है technology लियाना equipments लियाना there is lot of things that are required to set up a manufacturing capability ठीक है that is not instantly present with India ਤਾਂ ਇਹਨੂੰ ਇੰਡੀਆ ਕਿਵੇਂ ਅਰੇਂਜ ਕਰੇਗਾ ਸ਼ਾਰਟ ਪੀਰੀਅਡ ਆਫ ਟਾਈਮ ਵਿੱਚ ਤਾਂ ਕਿ ਸਾਡਾ IT ਸੈਕਟਰ ਇਸ ਮੂਵ ਤੋਂ ਇੰਪੈਕਟ ਨਾ ਹੋਵੇ right that is very important right so government ने कुछ initial measures ਤਾਂ ਇਹਦੇ ਲਈ ਲਿੱਤੇ ਹੈ already IT ਹਾਰਡਵੇਅਰ ਸੈਕਟਰ ਵਿੱਚ ਆਪਣੇ ਬਜਟ ਵਿੱਚ ਇਸ ਸਾਲ 17000 ਕਰੋੜ ਰੁਪਇਆ already allocate ਕਰ ਦਿੱਤਾ ਗਿਆ ਹੈ ਫੰਡਿੰਗ ਇਜ਼ ਵੈਰੀ ਇੰਪੋਰਟੈਂਟ ਪੈਸੇ ਤੋਂ ਬਾਅਦ ਹੀ ਇਹ ਸਭ ਹੋ ਪਾਏਗਾ ਮੈਨ ਪਾਵਰ ਨੂੰ ਇੰਪਲੋय ਕਰਨਾ ਉਹਨਾਂ ਨੂੰ ਸਕਿੱਲ ਕਰਨਾ ਟੈਕਨੋਲੋਜੀ ਲਿਆਣਾ ਇਕਵਿਪਮੈਂਟਸ ਖਰੀਦਣਾ all of this will require funding and government ਨੇ first step that is funding ਲੈ ਲਿਆ ਹੈ ਉਸ ਤੋਂ ਬਾਅਦ ਅਗਲਾ ਚੈਲੰਜ ਆਏਗਾ ਕਿ ਕੁਆਲਿਟੀ ਤੇ ਪ੍ਰਾਈਸਿੰਗ ਨੂੰ ਇਨਸ਼ੋਰ ਕਰਨਾ ਕਿਉਂਕਿ ਇੰਡੀਆ ਵਿੱਚ ਦੇਖੋ
ਪ੍ਰਾਈਸਿੰਗ ਸਪੈਸ਼ਲੀ ਬਹੁਤ ਜ਼ਰੂਰੀ ਹੁੰਦੀ ਹੈ। ਇੰਡੀਅਨ ਮਾਰਕੀਟ ਇਜ਼ ਵੈਰੀ ਪ੍ਰਾਈਸ ਸੈਂਸਿਟਿਵ। ਅਗਰ ਕੋਈ ਮਹਿੰਗੀ ਚੀਜ਼ ਹੋਵੇ ਤਾਂ ਇੰਡੀਆ ਨਹੀਂ ਲੈਂਦਾ, ਔਰ ਉਧਰੋਂ ਦੀ ਅਗਰ ਚਾਈਨਾ ਸਸਤੀਆਂ ਚੀਜ਼ਾਂ ਸਟਿਲ ਵੇਚੀ ਗਿਆ ਇੰਡੀਆ ਦੇ ਵਿੱਚ, ਅਗੇਨ ਚਾਈਨਾ ਦੇ ਪ੍ਰੋਡਕਟਸ ਦੀ ਡਿਮਾਂਡ ਜ਼ਿਆਦਾ ਰਹੇਗੀ ਤੇ ਇੰਡੀਅਨ ਪ੍ਰੋਡਕਟਸ ਜਿਹੜੇ ਹੋਮਮੇਡ ਪ੍ਰੋਡਕਟਸ ਹੈ ਦੇ ਵੋਂਟ ਬੀ ਏਬਲ ਟੂ ਕੰਪੀਟ। ਤਾਂ ਇਸੇ ਲਈ ਇਹ ਵੀ ਨੈਕਸਟ ਚੈਲੰਜ ਰਹੇਗਾ ਕਿ ਕੁਆਲਿਟੀ ਵੀ ਮੇਨਟੇਨ ਰਵੇ ਤੇ ਪ੍ਰਾਈਸਿੰਗ ਵੀ, ਰਾਈਟ। ਸੋ ਇਹ ਚੈਲੰਜਸ ਨੂੰ ਗਵਰਨਮੈਂਟ ਨੂੰ ਅੱਗੇ ਚੱਲ ਕੇ ਫਾਈਟ ਕਰਨਾ ਪੜੇਗਾ। ਠੀਕ ਹੈ ਜੀ, ਬਹੁਤ ਇੰਪੋਰਟੈਂਟ ਟੌਪਿਕ ਹੈ। ਜਿਵੇਂ ਜਿਵੇਂ ਇਹ ਤੇ ਹੋਰ ਇਨਫੋਰਮੇਸ਼ਨ ਆਏਗੀ ਵੀ ਵਿਲ ਡਿਸਕਸ that, right? That is all for this news, this discussion. If you have any doubts, queries, just contact us, reach out at this number. We'll be there to assist you. Thank you so much for joining.